ਧੰਨ ਵਾਹਿਗੁਰੂ ਜੀਓ। ਗੌੜੀ ਕਬੀਰ ਜੀ ਵੇਦ ਕੀ ਪੁੱਤਰੀ ਸਿਮਰਤ ਭਾਈ। ਸਾਂਕਲ ਜੀਵਰੀ ਲੈ ਹੈ ਆਈ। ਆਪਨ ਨਗਰ ਆਪ ਤੇ ਬਾਂਧਿਆ। ਮੋਹ ਕੈ ਫਾਦ ਕਾਲ ਸਰ ਸਾਂਧਿਆ। ਰਹਾਉ ਕਟੀ ਨਾ ਕਟੈ ਟੂਟ ਨਹਿ ਜਾਈ। ਸਾ ਸਾਪਨ ਹੋਏ ਜਗ ਕੋ ਖਾਈ। ਹਮ ਦੇਖਤ ਜਿਨੋ ਸਭ ਜਗ ਲੂਟਿਆ। ਕਹੋ ਕਬੀਰ ਮੈਂ RAM ਕਹਿ ਛੂਟਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਦੀਨ ਦੁਨੀ ਦੇ ਮਾਲਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ। ਵਾਹਿਗੁਰੂ ਅਕਾਲ ਪੁਰਖ ਜੀ ਨੇ ਕਿਰਪਾ ਕੀਤੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਦਰਬਾਰ ਵਿੱਚ ਸੱਜ ਬੈਠ ਕੇ ਸਤ ਸੰਗਤ ਰੂਪ ਵਿੱਚ ਗੁਰੂ ਮਹਾਰਾਜ ਦੀ ਪਾਵਨ ਬਾਣੀ ਨਾਲ ਸਾਂਝ ਬਣਾਉਣ ਦਾ ਆਪਾਂ ਸਭਨਾਂ ਨੂੰ ਹੀ ਇਹ ਬੜਾ ਉੱਤਮ ਸਮਾਂ ਬਖਸ਼ਿਸ਼ ਰੂਪ ਵਿੱਚ ਪ੍ਰਾਪਤ ਹੋਇਆ ਹੈ। ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਆਪ ਜੀ ਨੇ ਬੜੇ ਸਤਿਕਾਰ ਪ੍ਰੇਮ ਸਹਿਤ ਸਰਵਣ ਕੀਤੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਆਪ ਜੀ ਨੇ ਪਾਠ ਦੇ ਰੂਪ ਵਿੱਚ ਹੁਣੇ ਹੀ ਦਾਸ ਪਾਸੋਂ ਸਰਵਣ ਕੀਤਾ ਹੈ। ਇਸ ਪਾਵਨ ਸ਼ਬਦ ਦੀ ਵਿਚਾਰ ਨੂੰ ਸਮਝਣ ਦੇ ਲਈ ਸੰਖੇਪ ਰੂਪ ਵਿੱਚ ਇਸ ਸ਼ਬਦ ਵਿੱਚ ਜੋ ਨੁਕਤਾ ਭਗਤ ਕਬੀਰ ਸਾਹਿਬ ਜੀ ਨੇ ਉਭਾਰਿਆ ਹੈ, ਜਿਸ ਖਿਆਲ ਨੂੰ ਉਹਨਾਂ ਨੇ ਪ੍ਰਮੁੱਖਤਾ ਦੇ ਨਾਲ ਸਾਡੇ ਸਾਹਮਣੇ ਰੱਖਿਆ ਹੈ, ਉਸ ਦਾ ਕੀ ਪਿਛੋਕੜ ਹੈ, ਉਸ ਨੂੰ ਥੋੜ੍ਹਾ ਜਿਹਾ ਸਮਝ ਲਈਏ ਤਾਂ ਸ਼ਬਦ ਦਾ ਭਾਵ ਸੌਖਿਆਂ ਸਮਝ ਵਿੱਚ ਆ ਜਾਂਦਾ ਹੈ। ਭਾਰਤ ਦੀ ਧਰਤੀ ਦੇ ਉੱਤੇ ਸਦੀਆਂ ਤੋਂ ਲੈ ਕੇ ਇੱਕ ਤਾਂ ਸਮਾਜ ਕਈ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਉਸ ਨੂੰ ਸਿੱਧੇ ਰੂਪ ਵਿੱਚ ਅਸੀਂ ਇੱਕ ਨਾਮ ਦਿੰਦੇ ਹਾਂ ਵਰਣ ਵਿਵਸਥਾ। ਵਰਣ ਵੈਸੇ ਰੰਗ ਨੂੰ ਕਿਹਾ ਜਾਂਦਾ ਹੈ ਜਾਂ ਵਰਗ ਨੂੰ ਕਿਹਾ ਜਾਂਦਾ ਹੈ। ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਚਾਰ ਹਿੱਸਿਆਂ ਦੇ ਵਿੱਚ, ਚਾਰ ਵਰਣਾਂ ਦੇ ਵਿੱਚ, ਚਾਰ ਵਰਗਾਂ ਦੇ ਵਿੱਚ ਸਮਾਜ ਨੂੰ ਵੰਡਿਆ ਗਿਆ। ਫਿਰ ਗੱਲ ਇੱਥੋਂ ਤੱਕ ਸੀਮਤ ਨਹੀਂ ਰਹੀ। ਇੱਕ ਵਰਣ ਦੇ ਵਿੱਚ ਵੀ ਅੱਗੇ ਕਈ ਪ੍ਰਕਾਰ ਦੀਆਂ ਕਿਸਮਾਂ ਸਨ। ਬ੍ਰਾਹਮਣ ਵੀ ਬ੍ਰਾਹਮਣ ਨੂੰ ਜਿਸ ਵੇਲੇ ਮਿਲਦਾ ਹੈ ਤੇ ਉਹਦਾ ਧਿਆਨ ਸਭ ਤੋਂ ਪਹਿਲਾਂ ਇਹ ਹੁੰਦਾ ਵੀ ਇਹਦਾ ਗੋਤਰ ਕਿਹੜਾ ਹੈ, ਕਿਉਂਕਿ ਉਹਨਾਂ ਵਿੱਚ ਵੀ ਉੱਚੇ ਨੀਵੇਂ ਗੋਤ ਹਨ। ਖੱਤਰੀ ਜਦੋਂ ਖੱਤਰੀ ਨੂੰ ਮਿਲਦਾ ਹੈ ਤੇ ਗੱਲ ਇੱਥੇ ਮੁੱਕ ਨਹੀਂ ਜਾਂਦੀ, ਉੱਥੇ ਵੀ ਅੱਗੇ ਇੱਕ ਵੰਡ ਹੈ ਵੀ ਇਹਦਾ ਗੋਤਰ ਕਿਹੜਾ ਹੈ। ਗੋਤ ਵੀ ਉੱਚੇ ਨੀਵੇਂ ਮੰਨੇ ਜਾਂਦੇ ਵੀ ਉੱਚੇ ਗੋਤਰ ਦਾ ਹੈ, ਨੀਵੇਂ ਗੋਤਰ ਦਾ ਹੈ।
ਇਸੇ ਤਰ੍ਹਾਂ ਵੈਸ਼ਾਂ ਵਿੱਚ ਹੈ। ਸਭ ਤੋਂ ਉੱਚਾ ਦਰਜਾ ਜਿਹੜਾ ਹੈ ਉਹ ਬ੍ਰਾਹਮਣ ਦਾ ਹੈ, ਫਿਰ ਖੱਤਰੀ ਦਾ ਹੈ, ਫਿਰ ਵੈਸ਼ ਦਾ ਹੈ, ਫਿਰ ਸ਼ੂਦਰ ਦਾ। ਇੱਕ ਤਾਂ ਇਹ ਚਾਰ ਪ੍ਰਮੁੱਖ ਦਰਜੇ ਹੋ ਗਏ, ਤੇ ਫਿਰ ਇਹਨਾਂ ਦੇ ਵਿੱਚ ਅੱਗੇ ਕਈ ਕਿਸਮ ਦੇ ਖਾਨੇ ਹੋ ਗਏ, ਕਈ ਕਿਸਮ ਦੀਆਂ ਵੰਡੀਆਂ ਹੋ ਗਈਆਂ। ਸਮਝ ਤੋਂ ਪਰੇ ਦੀ ਕਹਾਣੀ ਹੈ। ਇਸ ਨੂੰ ਅਸੀਂ ਜਾਤ ਪਾਤ ਦੀ ਵਿਵਸਥਾ ਕਹਿੰਦੇ ਹਾਂ। ਬਰਾਦਰੀ, ਜਾਤ, ਵਰਨ, ਇਹ ਸਾਰਾ ਕੁਝ ਜਿਹੜਾ ਹੈ ਇਹਨੇ ਸਮਾਜ ਉੱਤੇ ਸਦੀਆਂ ਤੋਂ ਗਲਬਾ ਪਾਇਆ। ਫਿਰ ਕਿੱਤਿਆਂ ਦੀ ਗੱਲ ਆ ਜਾਂਦੀ ਹੈ। ਫਿਰ ਆਰਥਿਕ ਤੌਰ 'ਤੇ ਮਨੁੱਖ ਵੰਡਿਆ ਹੋਇਆ ਹੈ। ਕੋਈ ਤਬਕਾ ਸਲਾਹਿਆ ਜਾਂਦਾ ਹੈ ਅਤੇ ਕੋਈ ਤਬਕਾ ਨਿੰਦਿਆ ਜਾਂਦਾ ਹੈ। ਇਹ ਸਾਰਾ ਕੁਝ ਚੱਲ ਰਿਹਾ। ਅੱਗੇ ਵੀ ਆਪਾਂ ਇਹਨਾਂ ਸ਼ਬਦਾਂ ਦੇ ਵਿੱਚ ਇਸ ਤੱਥ ਨੂੰ ਵਿਚਾਰਨ ਦਾ ਯਤਨ ਕੀਤਾ। ਤੋ ਜਿੱਥੇ ਫਿਰ ਇਹ ਵਰਣ ਵਿਵਸਥਾ ਹੈ, ਉੱਥੇ ਨਾਲ ਦੀ ਨਾਲ ਦੂਜੀ ਇੱਕ ਚੀਜ਼ ਹੈ ਕਰਮ ਕਾਂਡ। ਇਹ ਵੇਦਾਂ ਦਾ ਇੱਕ ਭਾਗ ਹੈ ਜਿਸ ਨੂੰ ਕਰਮ ਕਾਂਡ ਦੀ ਵਿਵਸਥਾ ਕਿਹਾ ਜਾਂਦਾ ਹੈ। ਭਾਵ ਉਹ ਕਾਂਡ ਜਿਸ ਵਿੱਚ ਕੇਵਲ ਕਰਮ ਕਰਨ ਦਾ, ਕੁਝ ਗਿਣਤੀ ਮਿਣਤੀ ਦੇ ਕਰਮ ਕਰਨ ਦਾ ਹੀ ਜ਼ਿਕਰ ਆਉਂਦਾ ਹੈ। ਤੋ ਕਰਮ ਕਾਂਡ ਨੇ ਵੀ ਭਾਰਤ ਭੂਮੀ ਦੇ ਲੋਕਾਂ ਦੀ ਮਾਨਸਿਕਤਾ ਨੂੰ ਸਦੀਆਂ ਤੱਕ, ਅੱਜ ਤੱਕ ਦਬਾਈ ਰੱਖਿਆ। ਉਹਨਾਂ ਕਰਮ ਕਾਂਡਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਹਰ ਜਗ੍ਹਾ ਤੇ ਕੀਤਾ ਜਾਂਦਾ ਹੈ। ਕਰਮ ਕਾਂਡਾਂ ਦੇ ਰੂਪ ਬਦਲਦੇ ਰਹੇ ਨੇ, ਹੌਲੀ ਹੌਲੀ ਉਹਨਾਂ ਨੂੰ ਤਬਦੀਲੀ ਵਿੱਚ ਲਿਆਂਦਾ ਗਿਆ। ਉਹਨਾਂ ਦੇ ਰੂਪ ਵੱਖਰੇ ਵੱਖਰੇ ਨੇ ਜਗ੍ਹਾ ਦੇ ਹਿਸਾਬ ਨਾਲ। ਪਰ ਇਹਨਾਂ ਦੋ ਚੀਜ਼ਾਂ ਨੂੰ, ਵਰਣ ਵਿਵਸਥਾ, ਜਾਤ ਪਾਤ ਦਾ ਪ੍ਰਬੰਧ, ਭੇਦ ਭਾਵ, ਛੂਆ ਛਾਤ, ਅਤੇ ਦੂਜਾ ਹੈ ਕਰਮ ਕਾਂਡ, ਦੋਨਾਂ ਨੂੰ ਕੇਵਲ ਕਿਸੇ ਇੱਕ ਮਨੁੱਖ ਨੇ ਨਹੀਂ, ਬਲਕਿ ਇੱਕ ਪੂਰੇ ਦੇ ਪੂਰੇ ਇਸ ਦੇ ਵਰਗ ਨੇ ਪੈਦਾ ਕੀਤਾ। ਉਸ ਵਰਗ ਨੇ ਇਸ ਨੂੰ ਪ੍ਰਚਾਰਿਆ ਤੇ ਇਸ ਦੀ ਪਾਬੰਦੀ ਵਿੱਚ ਲੋਕ ਰਹਿਣ, ਇਸ ਦੀ ਨਿਗਰਾਨੀ ਕੀਤੀ। ਇਵੇਂ ਇੱਕ ਵਿਵਸਥਾ ਬਣੀ ਤੇ ਕੇਵਲ ਕੁਝ ਬੰਦਿਆਂ ਨੇ ਹੀ ਨਹੀਂ, ਉਹਨਾਂ ਉਸ ਵਰਗ ਦੇ ਦੁਆਰਾ ਜਾਂ ਉਹਨਾਂ ਲੋਕਾਂ ਦੇ ਦੁਆਰਾ ਜਾਂ ਉਸ ਸੋਚ ਨੂੰ ਪ੍ਰਣਾਏ ਹੋਏ ਲੋਕਾਂ ਦੇ ਵਿੱਚੋਂ ਪੁਰਾਣੇ ਰਿਸ਼ੀਆਂ ਨੇ ਜਾਂ ਕੁਝ ਲੋਕਾਂ ਨੇ, ਜਿਨ੍ਹਾਂ ਨੂੰ ਉਹ ਲੋਕ ਸਲਾਹੁੰਦੇ ਨੇ, ਉਹਨਾਂ ਨੇ ਕੁਝ ਗ੍ਰੰਥ ਵੀ ਲਿਖੇ, ਪੁਸਤਕਾਂ ਵੀ ਲਿਖੀਆਂ। ਉਹਨਾਂ ਪੁਸਤਕਾਂ ਦੇ ਵਿੱਚ ਉਹਨਾਂ ਨੂੰ ਦਰਜ ਕੀਤਾ ਔਰ ਆਖਿਆ ਇਹ ਧਰਮ ਪੁਸਤਕ ਹੈ, ਇਸ ਨੂੰ ਮੰਨਣਾ ਤੇ ਫੋਲੋ ਕਰਨਾ ਬੇਹੱਦ ਜ਼ਰੂਰੀ ਹੈ। ਹੁਣ ਜਿਸ ਨੂੰ ਕੋਈ ਪਵਿੱਤਰ ਗ੍ਰੰਥ ਆਖੇ ਤੇ ਉਸ ਗ੍ਰੰਥ ਨੂੰ ਇਹ ਮੰਨਿਆ ਜਾਏ ਵੀ ਇਹ ਬਹੁਤ ਉੱਚੇ ਦਰਜੇ ਦੇ ਹਨ, ਤੇ ਉਹਨਾਂ ਦੇ ਵਿੱਚ ਹੀ ਇਹ ਗੱਲ ਦਾ ਜ਼ਿਕਰ ਹੋਵੇ ਵੀ ਜਾਤ, ਵਰਣ ਵਿਵਸਥਾ ਅਤੇ ਕਰਮ ਕਾਂਡ ਦੋਵੇਂ ਲਾਜ਼ਮੀ ਨੇ, ਜ਼ਰੂਰੀ ਨੇ, ਤਾਂ ਕਿਸੇ ਦੀ ਕੀ ਤਾਕਤ ਹੈ ਕਿ ਉਹਨਾਂ ਦੀ ਬਰਖਿਲਾਫੀ ਕਰ ਜਾਏ, ਉਹਨਾਂ ਦੇ ਵਿਰੋਧ ਵਿੱਚ ਚਲਿਆ ਜਾਏ। ਭਗਤ ਕਬੀਰ ਸਾਹਿਬ ਜੀ ਨੇ ਇਸ ਜੜ ਨੂੰ ਫੜਿਆ, ਜਿੱਥੇ ਉਹਨਾਂ ਨੇ ਖੁੱਲੇ ਸ਼ਬਦਾਂ ਵਿੱਚ, ਆਪਾਂ ਉਹਨਾਂ ਦਾ ਇੱਕ ਸ਼ਬਦ ਪਹਿਲੇ ਦੀਵਾਨਾਂ ਵਿੱਚ ਵਿਚਾਰਿਆ, ਗਰਭਵਾਸ ਮੈਂ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ, ਕਹੁਰੇ ਪੰਡਿਤ ਬਾਮਨ ਕਬ ਕੇ ਹੋਏ, ਬਾਮਨ ਕਹਿ ਕੇ ਜਨਮ ਮਤ ਖੋਏ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤਵਾਨ ਬਾਟ ਕਾਹੇ ਨਹੀਂ ਆਇਆ, ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ, ਕਹੋ ਕਬੀਰ ਜੋ ਬ੍ਰਹਮ ਵਿਚਾਰੈ, ਸੋ ਬ੍ਰਾਹਮਣ ਕਹੀਅਤ ਹੈ ਹਮਾਰਾ। ਸਾਰਾ ਸ਼ਬਦ ਆਪਾਂ ਵਿਚਾਰਨ ਦਾ ਯਤਨ ਕੀਤਾ। ਇਸ ਤੋਂ ਇਲਾਵਾ ਆਪਾਂ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਸ਼ਬਦਾਂ ਤੋਂ ਇਲਾਵਾ ਬਾਬਾ ਰਵਿਦਾਸ ਸਾਹਿਬ ਜੀ ਦੇ, ਬਾਬਾ ਨਾਮਦੇਵ ਸਾਹਿਬ ਜੀ ਦੇ ਸ਼ਬਦ ਵੀ ਆਪਾਂ ਵਿਚਾਰੇ ਨੇ। ਉਹਨਾਂ ਵਿੱਚ ਵੀ ਇਸ ਗੱਲ ਬਾਬਤ ਉਹਨਾਂ ਨੇ ਭਰਪੂਰ ਚਾਨਣਾ ਪਾਇਆ। ਕਬੀਰ ਸਾਹਿਬ ਜੀ ਨੇ ਇਸ ਦੇ ਨਾਲ ਇੱਕ ਹੋਰ ਚੀਜ਼ ਨੂੰ ਵੀ ਨਾਲ ਲਿਆ, ਜਿੱਥੇ ਉਸ ਵਰਗ ਨੂੰ, ਜਿਹੜੇ ਲੋਕ ਜਾਤ ਪਾਤ ਤੇ ਕਰਮ ਕਾਂਡ ਦਾ ਸਰਗਣਾ ਬਣਾ ਕੇ ਬੈਠੇ ਸਨ, ਨਿਗਰਾਨੀ ਕਰਦੇ ਸਨ, ਫੈਲਾਉਂਦੇ ਸਨ, ਇਹਦੇ ਸੰਸਥਾਪਕ ਜਮਾਤ ਵਿੱਚੋਂ ਸਨ ਅਤੇ ਇਹਦੇ ਚਾਲਕ ਸਮਾਜ ਵਿੱਚੋਂ ਸਨ, ਉਹਨਾਂ ਦਾ ਜ਼ਿਕਰ ਕੀਤਾ। ਉੱਥੇ ਉਹਨਾਂ ਨੇ ਇੱਥੇ ਗ੍ਰੰਥਾਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਵਿੱਚ ਇਹ ਚੀਜ਼ਾਂ ਦਰਜ ਨੇ ਔਰ ਜਿਨ੍ਹਾਂ ਨੂੰ ਲੋਕਾਂ ਦੇ ਲਈ ਲਾਜ਼ਮੀ ਕਰਾਰ ਦਿੱਤਾ ਗਿਆ। ਤਾਂ ਉਹਨਾਂ ਨੇ ਇੱਕ ਸ਼ਬਦ ਵਰਤਿਆ, ਆਪਨ ਨਗਰ ਆਪ ਤੇ ਬਾਂਧਿਆ। ਨਗਰ ਦਾ ਮਤਲਬ ਆਪਾਂ ਸਮਝਦੇ ਹਾਂ ਕੋਈ ਪਿੰਡ, ਕਸਬਾ, ਸ਼ਹਿਰ, ਗ੍ਰਾਂ। ਤੇ ਉਹ ਪਿੰਡ, ਕਸਬਾ, ਸ਼ਹਿਰ, ਗ੍ਰਾਂ ਕਾਹਦਾ ਹੁੰਦਾ? ਲੋਕਾਂ ਦਾ, ਜਿੱਥੇ ਲੋਕ ਵੱਸਦੇ ਹੋਣ,
ਜਿੱਥੇ ਲੋਕ ਰਹਿੰਦੇ ਹੋਣ ਉਹਨੂੰ ਆਪਾਂ ਕਹਿੰਦੇ ਪਿੰਡ ਹੈ। ਪਿੰਡ ਜਿਹੜਾ ਉਹ ਬੰਦਿਆਂ ਨਾਲ, ਲੋਕਾਂ ਦੀ ਵਸੇਬੇ ਨਾਲ ਹੀ ਹੁੰਦਾ ਹੈ। ਨਗਰ, ਕਸਬਾ, ਗ੍ਰਾਂ, ਸ਼ਹਿਰ ਕੁਝ ਵੀ ਕਹਿ ਲਓ। ਕਹਿੰਦੇ ਨੇ ਇੱਕ ਨਗਰੀ ਹੈ, ਜਿਸ ਨੇ ਉਸ ਨਗਰੀ ਨੂੰ ਵਸਾਇਆ, ਮੰਨ ਲਓ ਕਿਸੇ ਮਨੁੱਖ ਨੇ ਇੱਕ ਪਿੰਡ ਵਸਾਇਆ, ਬੜੀਆਂ ਕੰਧਾਂ ਬਣਾਈਆਂ, ਆਲੇ ਦੁਆਲੇ ਫਸੀਲ ਬਣਾਈ, ਲੋਕਾਂ ਨੂੰ ਉੱਥੇ ਲਿਆਂਦਾ ਵੀ ਇੱਥੇ ਤੁਹਾਨੂੰ ਘਰ ਮਿਲੇਗਾ। ਹੁਣ ਜਿਸ ਨੇ ਉਹ ਪਿੰਡ ਬਣਾਇਆ ਉਹਨੇ ਕੀ ਕੀਤਾ ਵੀ ਉਸ ਪਿੰਡ ਵਿੱਚ ਲੋਕਾਂ ਨੂੰ ਵਸਾ ਕੇ ਆਲੇ ਦੁਆਲੇ ਇੰਨੀਆਂ ਉੱਚੀਆਂ ਕੰਧਾਂ ਚੁੱਕ ਦਿੱਤੀਆਂ ਵੀ ਨਾ ਉਹ ਲੋਕ ਉਸ ਪਿੰਡ ਵਿੱਚੋਂ ਬਾਹਰ ਨਿਕਲ ਸਕਦੇ ਨੇ, ਨਾ ਉਹਨਾਂ ਨੂੰ ਬਾਹਰ ਦਾ ਕੁਝ ਨਜ਼ਰ ਆਉਂਦਾ ਹੈ। ਮਾਨੋ ਜਿਵੇਂ ਉਸ ਪਿੰਡ ਵਿੱਚ ਸੱਦ ਕੇ ਲੋਕਾਂ ਨੂੰ ਵਸਾਉਣ ਦੇ ਨਾਂ ਤੇ ਕੈਦੀ ਬਣਾ ਲਿਆ। ਹੁਣ ਜੇ ਕੋਈ ਇਸ ਤਰ੍ਹਾਂ ਕਰੇ ਕਿ ਕੁਝ ਲੋਕਾਂ ਨੂੰ ਲੈ ਜਾਏ, ਉਹਨਾਂ ਨੂੰ ਆਖੇ ਵੀ ਤੁਹਾਨੂੰ ਅਸੀਂ ਜਗ੍ਹਾ ਦੇਵਾਂਗੇ, ਉੱਥੇ ਨਵੇਂ ਘਰ ਬਣਾ ਕੇ ਦੇਵਾਂਗੇ, ਤੁਸੀਂ ਸਾਡੇ ਨਾਲ ਆਓ, ਤੇ ਕੁਝ ਲੋਕ ਚਲੇ ਜਾਣ ਵੀ ਸਾਨੂੰ ਉੱਥੇ ਘਰ ਮਿਲਣਾ ਤੇ ਅਸੀਂ ਸੁੱਖ ਨਾਲ ਵਸਾਂਗੇ, ਤੇ ਹੋਵੇ ਕਿ ਉਹਨਾਂ ਨੂੰ ਉਸ ਪਿੰਡ ਵਿੱਚ ਲਿਜਾ ਕੇ ਉਹਨਾਂ ਦੇ ਕਮਰਿਆਂ 'ਚ ਬੰਦ ਕਰ ਦਿੱਤਾ ਜਾਏ, ਕੈਦੀ ਬਣਾ ਲਿਆ ਜਾਏ। ਉਹ ਮਨੁੱਖ ਉਸ ਨਵੇਂ ਵਸੇ ਪਿੰਡ ਵਿੱਚ ਉਹਨਾਂ ਕਮਰਿਆਂ ਵਿੱਚ ਬਹਿ ਕੇ, ਜਿਨ੍ਹਾਂ ਨੂੰ ਬਾਹਰੋਂ ਤਾਲੇ ਲਾ ਦਿੱਤੇ ਗਏ ਨੇ, ਸੰਗਲ ਮਾਰ ਦਿੱਤੇ ਗਏ ਨੇ, ਤੇ ਉਹਨਾਂ ਬੰਦਿਆਂ ਨੂੰ ਬੇੜੀਆਂ ਪਾ ਦਿੱਤੀਆਂ ਗਈਆਂ ਨੇ, ਹੱਥ ਕੜੀਆਂ ਲਾ ਦਿੱਤੀਆਂ ਗਈਆਂ ਨੇ, ਗਲਾਂ 'ਚ ਤੌਕ ਪਾ ਦਿੱਤੇ ਗਏ, ਉਹ ਮਨੁੱਖ ਉੱਥੇ ਖੁਸ਼ ਥੋੜ੍ਹਾ ਹੋਣਗੇ ਵੀ ਅਸੀਂ ਨਵੀਂ ਜਗ੍ਹਾ ਤੇ ਆ ਗਏ ਹਾਂ। ਉਹ ਤਾਂ ਸਗੋਂ ਕੈਦੀ ਬਣ ਗਏ। ਇਹਦੇ ਨਾਲੋਂ ਤਾਂ ਟੁੱਟਾ ਫੁੱਟਾ ਉਹਨਾਂ ਦਾ ਘਰ ਚੰਗਾ ਸੀ, ਕੱਖਾਂ ਦੀ ਝੌਂਪੜੀ ਚੰਗੀ ਸੀ, ਉਹਨਾਂ ਦੇ ਪੈਰਾਂ ਨੂੰ ਬੇੜੀਆਂ ਨੇ, ਉਹਨਾਂ ਦੇ ਹੱਥਾਂ ਨੂੰ ਹੱਥ ਕੜੀਆਂ ਨੇ, ਗਲਾਂ ਵਿੱਚ ਤੌਂਕ ਨੇ, ਗਲਾਂ ਵਿੱਚ ਜੰਜੀਰਾਂ ਨੇ, ਨਰੜ ਕੇ ਜੂੜ ਕੇ ਉਹਨਾਂ ਨੂੰ ਇੱਕ ਕਮਰੇ 'ਚ ਸੁੱਟ ਦਿੱਤਾ ਗਿਆ ਕਾਲ ਕੋਠੜੀ ਵਿੱਚ, ਤੇ ਕਿਹਾ ਜਾ ਰਿਹਾ ਵੀ ਤੁਹਾਡੇ ਲਈ ਨਵਾਂ ਪਿੰਡ ਵਸਾਇਆ, ਨਵੀਂ ਜਗ੍ਹਾ ਚੁਣੀ ਹੈ, ਤੁਹਾਨੂੰ ਨਵੀਂ ਰਿਹਾਇਸ਼ ਦੇ ਦਿੱਤੀ ਹੈ। ਤਾਂ ਉਹਨਾਂ ਬੰਦਿਆਂ ਦੀ ਦਸ਼ਾ ਕੀ ਹੋਏਗੀ? ਇਹਦਾ ਭਾਵ ਹੈ ਵੀ ਉਹ ਗੁਲਾਮੀ, ਉਹ ਕੈਦ ਉਹਨਾਂ ਨੂੰ ਦੇ ਦਿੱਤੀ ਗਈ ਨਵੇਂ ਨਗਰ ਦੀ ਜਗ੍ਹਾ ਤੇ। ਨਵੇਂ ਪਿੰਡ 'ਚ ਲਿਆ ਕੇ ਵਸਾਉਣ ਵਾਲੇ ਬੰਦੇ ਨੇ ਉਹਨਾਂ ਨੂੰ ਕੈਦੀ ਬਣਾ ਲਿਆ। ਦੁਨੀਆ ਨੇ ਕਿਹਾ ਇਹਨਾਂ ਪੁਸਤਕਾਂ ਵਿੱਚ ਬੜੇ ਨਵੇਂ ਵਿਚਾਰ ਹਨ, ਤੁਹਾਡੇ ਭਲੇ ਲਈ ਹਨ, ਇਹ ਦੇਵਤਿਆਂ ਨੇ ਲਿਖੇ ਹਨ, ਇਹ ਵੱਡੇ ਰਿਸ਼ੀਆਂ ਨੇ ਲਿਖੇ ਹਨ, ਇਹ ਬੜੇ ਮਹਾਨ ਲੋਕਾਂ ਨੇ ਲਿਖੇ ਹਨ। ਪਰ ਹੋਇਆ ਕੀ? ਲੋਕਾਂ ਨੇ ਸਿਰ ਝੁਕਾਇਆ ਵੀ ਮਹਾਨ ਲੋਕਾਂ ਨੇ ਲਿਖੇ ਨੇ ਤੇ ਕੋਈ ਚੰਗੀ ਗੱਲ ਹੀ ਲਿਖੀ ਹੋਏਗੀ, ਦੇਵਤਿਆਂ ਨੇ ਲਿਖੇ ਨੇ ਤਾਂ ਕੋਈ ਚੰਗੀ ਗੱਲ ਹੀ ਕਹੀ ਹੋਏਗੀ। ਬ੍ਰਹਮਾ ਦੇ ਮੁਖ ਤੋਂ ਉਚਾਰਨ ਕੀਤੇ ਵੇਦਾਂ ਦੇ ਵਿੱਚੋਂ ਵਿਆਖਿਆ ਕਰਕੇ ਗਾਂ ਸਿਮਰਤੀਆਂ ਲਿਖੀਆਂ ਤੇ ਏਡੀਆਂ ਪਵਿੱਤਰ ਹੀ ਹੋਣਗੀਆਂ। ਤਾਂ ਹੋਇਆ ਕਿ ਉਹਨਾਂ ਨੂੰ ਲੋਕਾਂ ਨੇ ਫੋਲੋ ਕਰ ਲਿਆ ਵੀ ਸ਼ਾਇਦ ਇਹਦੇ ਵਿੱਚ ਸਾਡੇ ਭਵਿੱਖ ਦਾ ਭਲਾ ਹੈ। ਉਹਨੂੰ ਫੋਲੋ ਤਾਂ ਕਰ ਲਿਆ, ਮਨ ਉਹ ਜੰਜੀਰਾਂ ਆਪਣੇ ਗਲ ਪਵਾ ਲਈਆਂ, ਆਪਣੇ ਹੱਥ ਬਣਵਾ ਲਏ ਖੁਸ਼ੀ ਖੁਸ਼ੀ, ਆਪਣੇ ਪੈਰਾਂ ਨੂੰ ਬੇੜੀਆਂ ਪਵਾ ਲਈਆਂ ਖੁਸ਼ੀ ਖੁਸ਼ੀ, ਕਮਰੇ ਵਿੱਚ ਕੈਦ ਹੋਣਾ ਪ੍ਰਵਾਨ ਕਰ ਲਿਆ ਖੁਸ਼ੀ ਖੁਸ਼ੀ ਵੀ ਚਲੋ ਇਹਦੋਂ ਬਾਅਦ ਸਾਡਾ ਸੁੱਖ ਦਾ ਸਮਾਂ ਆਏਗਾ, ਅਸੀਂ ਸੇਫ ਰਵਾਂਗੇ। ਪਰ ਹੋਇਆ ਕੀ? ਉਹਨਾਂ ਦਾ ਭਵਿੱਖ ਹਨੇਰੀ ਖੱਡ ਵਿੱਚ ਜਾ ਡਿੱਗਿਆ। ਉਹਨਾਂ ਨੂੰ ਜਾਤ ਪਾਤ ਦੇ ਬੰਧਨ ਤੇ ਕਰਮ ਕਾਂਡਾਂ ਨੇ ਗਰਾਸ ਲਿਆ। ਉਹਨਾਂ ਦੀਆਂ ਨਸਲਾਂ 'ਚ ਭੇਦ ਭਾਵ ਪੈਦਾ ਹੋ ਗਿਆ ਤੇ ਸਮਾਜ ਕਈ ਹਿੱਸਿਆਂ ਵਿੱਚ ਵੰਡਿਆ ਗਿਆ, ਜਿੱਥੇ ਨਾ ਬਰਾਬਰੀ ਸੀ, ਨਾ ਇੱਕ ਮਨੁੱਖ ਦਾ ਦੂਜੇ ਮਨੁੱਖ ਨਾਲ ਪ੍ਰੇਮ ਸੀ, ਨਾ ਕੋਈ ਕਿਸੇ ਲਈ ਤਿਆਗ ਜਾਂ ਕੁਰਬਾਨੀ ਕਰਦਾ ਹੈ, ਸਗੋਂ ਇੱਕ ਦੂਜੇ ਦੇ ਕਰਮ ਨੂੰ ਪਰਖਣ ਦੀ ਬਜਾਏ ਇੱਕ ਦੂਜੇ ਦੇ ਜਨਮ ਸਿੱਧ ਬਰਾਦਰੀ ਨੂੰ ਪਰਖਦਾ ਹੈ। ਰੰਗ, ਨਸਲ, ਪਹਿਰਾਵਾ, ਇਹਨਾਂ ਚੀਜ਼ਾਂ ਦਾ ਰੌਲਾ ਪੈ ਗਿਆ ਤੇ ਸਦੀਆਂ ਤੋਂ ਲੈ ਕੇ ਮਨੁੱਖ ਇੱਕ ਦੂਜੇ ਨਾਲ ਨਫ਼ਰਤ ਕਰਦਾ ਆ ਰਿਹਾ ਹੈ, ਭੇਦ ਭਾਵ ਕਰਦਾ ਆ ਰਿਹਾ ਹੈ, ਇੱਕ ਦੂਜੇ ਦੀ ਜਾਨ ਦਾ ਵੈਰੀ ਬਣਿਆ ਹੋਇਆ ਹੈ, ਜਾਤ ਦੇ ਨਾਂ ਤੇ, ਕਰਮਕਾਂਡ ਦੇ ਨਾਂ ਤੇ। ਮਾਨੋ ਮਨੁੱਖ ਦੇ ਅੰਦਰ ਉਹ ਜ਼ਹਿਰ ਫੈਲ ਗਿਆ ਜਿਸ ਨੇ ਸਮਾਜ ਨੂੰ ਸਦੀਆਂ ਤੱਕ ਗਰਕ ਕਰੀ ਰੱਖਿਆ। ਭਗਤ ਕਬੀਰ ਸਾਹਿਬ ਜੀ ਨੇ ਬੜੀ ਦੂਰ ਦੀ ਵਿਚਾਰ ਕਹੀ ਹੈ। ਉਹਨਾਂ ਨੇ ਸ਼ਬਦ ਵਰਤਿਆ, ਆਪਨ ਨਗਰ ਆਪ ਤੇ ਬੰਨ੍ਹਿਆ। ਆਪੇ ਹੀ ਪਿੰਡ ਵਸਾ ਕੇ ਆਪੇ ਹੀ ਉਹਨੂੰ ਬੰਨ੍ਹ ਲਿਆ, ਉਹਨੂੰ ਕੈਦੀ ਬਣਾ ਲਿਆ। ਕਿਹਾ ਵੀ ਤੁਹਾਨੂੰ ਨਵਾਂ ਵਿਚਾਰ ਦਿੰਦੇ ਆ, ਨਵਾਂ ਉਪਦੇਸ਼ ਦਿੰਦੇ ਆ। ਇਹਦੇ ਵਿੱਚ ਵੇਦਾਂ ਤੋਂ, ਇੱਥੇ ਗੱਲ ਕਿਹਦੀ ਕੀਤੀ ਹੈ? ਸਿਮਰਤੀਆਂ ਦੀ। 27 ਸਿਮਰਤੀਆਂ ਹਨ, 4 ਵੇਦ ਨੇ, 4 ਵੇਦਾਂ ਤੋਂ ਅੱਗੇ ਸਿਮਰਤੀਆਂ ਜਿਹੜੀਆਂ ਨੇ, ਸਿਮਰਤੀਆਂ ਦਾ ਰੁਤਬਾ ਦੂਜਾ ਹੈ।
वेदां तो बाद। ਤੇ ਲਿਖਣ ਵਾਲਿਆਂ ਨੇ ਆਖਿਆ ਜਿੰਨੀਆਂ ਸਿਮਰਤੀਆਂ ਨੇ ਵੇਦਾਂ ਦੇ ਆਧਾਰ ਉੱਤੇ ਲਿਖੀਆਂ ਗਈਆਂ। ਮਾਨੋ ਜਿਵੇਂ ਵੇਦਾਂ ਦੀਆਂ ਧੀਆਂ ਹੋਣ, ਵੇਦਾਂ ਦੀ ਅੱਗੇ ਕੁੱਲ ਚੱਲੇ ਤੇ ਉਹਦੇ ਵਿੱਚੋਂ ਜਿਹੜੇ ਗ੍ਰੰਥ ਨਿਕਲਣ ਉਹਦੀ ਵਿਆਖਿਆ ਐਕਸਪਲੇਨੇਸ਼ਨ ਵਿੱਚੋਂ ਉਹਨਾਂ ਨੂੰ ਸਿਮਰਤੀਆਂ ਕਿਹਾ ਗਿਆ। ਕਿਉਂਕਿ ਕਈ ਤਬਕਿਆਂ ਵਿੱਚ ਵਿਚਾਰ ਪ੍ਰਚਲਿਤ ਹੈ ਵੀ ਜਿਹੜੀਆਂ ਸਿਮਰਤੀਆਂ ਨੇ 27 ਗ੍ਰੰਥ ਨੇ ਉਹ ਸਿਮਰਤੀਆਂ ਵੇਦਾਂ ਦੇ ਆਧਾਰ ਉੱਤੇ ਲਿਖੀਆਂ ਗਈਆਂ। ਇਸ ਕਰਕੇ ਵੇਦਾਂ ਦੀਆਂ ਪੁੱਤਰੀਆਂ ਵੇਦਾਂ 'ਚੋਂ ਪੈਦਾ ਹੋਈਆਂ। ਉਹਨਾਂ ਸਿਮਰਤੀਆਂ ਵਿੱਚ ਕਰਮਕਾਂਡ ਹੈ, ਉਹਨਾਂ ਸਿਮਰਤੀਆਂ ਵਿੱਚ ਕਈਆਂ ਵਿੱਚ ਜਾਤ ਪਾਤ ਦਾ ਬਹੁਤ ਜ਼ਿਆਦਾ, ਵਰਣ ਵਿਵਸਥਾ ਦਾ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਗਿਆ। ਉਹਨਾਂ ਨੂੰ ਪੜ੍ਹ ਕੇ ਅੱਗੇ ਸੁਣਾਇਆ ਗਿਆ ਤੇ ਮੰਨਣ ਲਈ ਲੋਕਾਂ ਨੂੰ ਕਿਹਾ ਗਿਆ ਤੇ ਉਹ ਜਦੋਂ ਇੰਪਲੀਮੈਂਟ ਹੋਈ ਤੇ ਉਹਨੇ ਜਕੜ ਲਿਆ ਦੁਨੀਆ ਨੂੰ। ਆਪਨ ਨਗਰ ਆਪ ਤੇ ਬਾਂਧਿਆ। ਦੱਸਿਆ ਗਿਆ ਸੀ ਤੁਹਾਡੇ ਲਈ ਨਵਾਂ ਵਿਚਾਰ ਲੈ ਕੇ ਆਏ ਆ, ਨਵਾਂ ਉਪਦੇਸ਼, ਨਵੀਂ ਫਿਲਾਸਫੀ ਲੈ ਕੇ ਆਏ ਆ, ਪਰ ਉਹਦਾ ਰਿਜ਼ਲਟ ਕੀ ਨਿਕਲਿਆ? ਉਹਨੇ ਤਾਂ ਦੁਨੀਆ ਨੂੰ ਕੈਦੀ ਬਣਾ ਲਿਆ, ਸਮਾਜ ਨੂੰ ਆਪਸ 'ਚ ਲੜਾ ਦਿੱਤਾ। ਲੋਕਾਂ ਦੇ ਮਨਾਂ ਤੇ ਸੁਰਤਾਂ ਦੇ ਵਿੱਚ ਭੇਦ ਭਾਵ ਦਾ ਜ਼ਹਿਰ ਫੈਲ ਗਿਆ, ਨਫ਼ਰਤ ਫੈਲ ਗਈ, ਛੂਆ ਛਾਤ ਫੈਲ ਗਿਆ। ਤੇ ਦੂਜੀ ਚੀਜ਼ ਕੀ ਫੈਲੀ? ਕਰਮਕਾਂਡ। ਕਈ ਤਰ੍ਹਾਂ ਦੇ ਕਰਮਕਾਂਡ, ਫੋਕਟ, ਵਿਅਰਥ ਦੇ, ਰੱਬ ਦੇ, ਧਰਮ ਦੇ, ਦੇਵਤਿਆਂ ਦੇ, ਨਰਕਾਂ ਸਵਰਗਾਂ ਦੇ, ਭਵਿੱਖ ਦੇ, ਜੰਮਣ ਮਰਨ ਦੇ, ਇਹਨਾਂ ਚੀਜ਼ਾਂ ਦੇ ਨਾਂ ਦੇ ਉੱਤੇ ਕਰਮਕਾਂਡ ਫੈਲ ਗਏ। ਅਜੇ ਤੱਕ ਬਾਦ ਦਸਤੂਰ ਜਾਰੀ ਨੇ। ਸਭ ਤੋਂ ਵਧੇਕ ਮਨੁੱਖ ਨੂੰ ਕੋਇਆ ਹੈ ਇਹਨਾਂ ਦੋ ਚੀਜ਼ਾਂ ਨੇ। ਇਹਨਾਂ ਦੋਨਾਂ ਚੀਜ਼ਾਂ ਦੀ ਨਿਸ਼ਾਨਦੇਹੀ ਭਗਤੀ ਲਹਿਰ ਦੇ ਮਹਾਂਪੁਰਖਾਂ ਨੇ ਕੀਤੀ। ਅੱਜ ਵੀ ਅਸੀਂ ਇਹਨਾਂ ਚੀਜ਼ਾਂ 'ਚ ਹੀ ਗਰਸੇ ਹੋਏ ਹਾਂ। ਬੰਦੇ ਦਾ ਕਰਮ ਮਾਇਨੇ ਨਹੀਂ ਰੱਖਦਾ, ਉਸ ਦੀ ਬਰਾਦਰੀ ਮਾਇਨੇ ਰੱਖਦੀ ਹੈ। ਸਾਡੇ ਲਈ ਧਰਮ ਦਾ ਸੱਚ ਮਾਇਨੇ ਨਹੀਂ ਰੱਖਦਾ, ਕਰਮ ਕਾਂਡ ਵੱਧ ਤੋਂ ਵੱਧ ਵਿਖਾਵੇਬਾਜ਼ੀ ਕੀਤੀ ਜਾਏ ਜ਼ਿਆਦਾ ਮਾਇਨੇ ਰੱਖਦੀ। ਈਵਨ ਤੁਸੀਂ ਵੇਖੋ, ਕਿਸੇ ਨੂੰ ਕਹਿ ਵੀ ਦਿੱਤਾ ਜਾਏ ਨਾ ਵੀ ਗੁਰੂ ਗ੍ਰੰਥ ਸਾਹਿਬ 'ਚ ਜਿਸ ਨੂੰ ਭਾਈ ਤੁਸੀਂ ਨਮਸਕਾਰ ਕਰਦੇ ਹੋ ਆਹ ਲਿਖਿਆ, ਉਹ ਕਹੇਗਾ ਨਹੀਂ ਜੀ ਨਹੀਂ, ਠੀਕ ਹੈ ਲਿਖਿਆ ਹੋਏਗਾ, ਪਰ ਮੈਂ ਤਾਂ ਉਹੀ ਕਰਨਾ ਜੋ ਦੁਨੀਆ ਕਰਦੀ ਹੈ। ਹੁਣ ਤੁਸੀਂ ਦੇਖੋ ਨਾ ਕਿੰਨਾ ਵੱਡਾ ਅੰਤਰ ਹੈ। ਜਿਸ ਨੂੰ ਗੁਰੂ ਮੰਨਣਾ ਹੈ, ਜਿਸ ਨੂੰ ਅਸੀਂ ਆਪਣਾ ਇਸ਼ਟ ਕਹਿੰਦੇ ਹਾਂ, ਉਸ ਵਿੱਚ ਜੋ ਦਰਜ ਹੈ, ਜੋ ਕਿਹਾ ਗਿਆ ਹੈ, ਜੋ ਹੁਕਮ ਹੈ ਸਾਨੂੰ, ਉਹ ਕੀ ਹੈ? ਬੰਦਾ ਸੁਣ ਕੇ ਪੜ੍ਹ ਕੇ ਵੀ ਉਹਦੇ ਤੋਂ ਲਾਪਰਵਾਹ ਹੋ ਕੇ ਪਰੇ ਨੂੰ ਜਾਂਦਾ ਤੇ ਉਹ ਕਹਿੰਦੇ ਜੀ ਮੈਂ ਦੁਨੀਆ ਦੇ ਮੁਤਾਬਕ ਜੋ ਚੱਲ ਰਿਹਾ ਮੈਂ ਤਾਂ ਉਵੇਂ ਹੀ ਕਰਨਾ, ਭਾਵੇਂ ਉਹ ਗਲਤੀ ਹੋਵੇ। ਅਸੀਂ ਕਿਹਦੇ ਪ੍ਰਭਾਵ ਅਧੀਨ ਜੀਂਦੇ? ਪੁੱਜਣ ਵਾਸਤੇ ਕੇਵਲ ਬਾਹਰੀ ਤੌਰ ਤੇ ਸ਼ਰਧਾ ਕਰਨ ਲਈ, ਬਾਹਰੀ ਤੌਰ ਦੇ ਉੱਤੇ ਕੇਵਲ ਦੱਸਣ ਲਈ ਅਸੀਂ ਕਿਸੇ ਹੋਰ ਅੱਗੇ ਝੁਕਦੇ ਹਾਂ। ਤੇ ਜਦੋਂ ਇੰਪਲੀਮੈਂਟ ਕਰਨ ਦੀ ਗੱਲ ਹੁੰਦੀ ਹੈ ਤੇ ਉਦੋਂ ਉਸੇ ਰਾਹ ਹੀ ਤੁਰ ਪੈਂਦੇ ਹਾਂ ਜੋ ਕਰਮਕਾਂਡੀ ਵਿਵਸਥਾ ਸਮਾਜ ਵਿੱਚ ਪ੍ਰਚਲਿਤ ਹੁੰਦੀ ਹੈ, ਉਹਦੇ ਮੁਤਾਬਕ ਅਸੀਂ ਆਪਣੇ ਆਪ ਨੂੰ ਸੌਂਪ ਦਿੰਦੇ ਹਾਂ, ਉਹਦੇ ਅੱਗੇ ਸਰੈਂਡਰ ਕਰ ਜਾਂਦੇ। ਇਸ ਤਰ੍ਹਾਂ ਦਾ ਅਸੀਂ ਦੋ ਤਰ੍ਹਾਂ ਦਾ ਜੀਵਨ ਜੀਂਦੇ ਹਾਂ। ਸਾਡੇ ਮਨ ਅੰਦਰ ਤੇ ਸਾਡੇ ਬਾਹਰੀ ਵਿਖਾਉਣ ਵਿੱਚ ਬਹੁਤ ਵੱਡਾ ਫਰਕ ਪੈ ਜਾਂਦਾ। ਗੁਰੂ ਜੀ ਨੇ ਜੋ ਆਖਿਆ ਉਹ ਮਨ ਉੱਤੇ ਲਾਗੂ ਨਹੀਂ ਹੋਇਆ। ਮਨ ਵਿੱਚ ਕਿਹੜੀ ਚੀਜ਼ ਹੈ ਵੀ ਜੋ ਦੁਨੀਆ ਜੋ ਸਮਾਜ ਕਹਿੰਦਾ, ਉਹ ਕਰਮਕਾਂਡ ਕਿਹਾ ਵੀ ਜਾਏ ਵੀ ਇਹਦਾ ਫਾਇਦਾ ਕੋਈ ਨਹੀਂ ਹੈ, ਪਰ ਲੋਕ ਕਹਿਣਗੇ ਜੀ ਮੈਂ ਕਿਵੇਂ ਛੱਡ ਸਕਦਾ, ਮੇਰੀਆਂ ਤਾਂ 4 ਪੀੜ੍ਹੀਆਂ ਕਰਦੀਆਂ ਆਉਂਦੀਆਂ ਨੇ, ਵੇਖੋ ਫਲਾਣੇ ਨੇ ਕੀਤਾ ਟਮਕ। ਅਸੀਂ ਦੇਖਾ ਦੇਖੀ ਉਹ ਕੰਮ ਕਰਮਕਾਂਡ ਕਰਨਾ ਜ਼ਰੂਰੀ ਸਮਝਦੇ ਹਾਂ, ਗੁਰੂ ਦੀ ਮੱਤ ਦਾ ਪਾਲਣ ਕਰਨਾ ਇੰਨਾ ਜ਼ਰੂਰੀ ਨਹੀਂ ਸਮਝਦੇ। ਅਸੀਂ ਵੀ ਤੇ ਉੱਥੇ ਹੀ ਖੜੇ ਹਾਂ। ਤਾਂ ਕਬੀਰ ਜੀ ਦੇ ਬੋਲ ਕੋਈ ਪੁਰਾਣੇ ਨਹੀਂ ਹਨ, ਸਾਡੀ ਅੱਜ ਦੀ ਦਸ਼ਾ ਲਈ ਬਿਲਕੁਲ ਨਵੇਂ ਨਕੋਰ ਨੇ। ਅਸੀਂ ਵੀ ਇਹਨਾਂ ਦੋਵਾਂ ਚੀਜ਼ਾਂ 'ਚ ਭੇਦ ਭਾਵ ਵਿੱਚ ਵੀ ਬੱਝੇ ਹਾਂ, ਛੂਤ ਛਾਤ ਵਿੱਚ ਵੀ ਬੱਝੇ ਹਾਂ, ਤੇ ਕਰਮ ਕਾਂਡਾਂ ਵਿੱਚ ਵੀ ਵਧੇਰੇ ਬੱਝੇ ਹੋਏ ਹਾਂ। ਸਿੱਖ ਖਵਾਉਂਦਿਆਂ ਵੀ ਅਸੀਂ ਬੱਝੇ ਹਾਂ, ਤੇ ਜਿਹੜੇ ਜਿਨ੍ਹਾਂ ਦੇ ਕੋਲ ਗੁਰੂ ਗ੍ਰੰਥ ਸਾਹਿਬ ਵਰਗਾ ਇਸ਼ਟ ਹੀ ਨਹੀਂ, ਜਾਂ ਕਹਿ ਲਓ ਜਿਨ੍ਹਾਂ ਦੇ ਕੋਲ ਇਹ ਸਿੱਖਿਆ ਨਹੀਂ, ਜਾਂ ਜਿਹੜੇ ਨੂੰ ਫੋਲੋ ਹੀ ਨਹੀਂ ਕਰਦੇ, ਇਹਨੂੰ ਗੁਰੂ ਨਹੀਂ ਮੰਨਦੇ, ਉਹਨਾਂ ਦੀ ਤਾਂ ਆਪਾਂ ਹਾਲਤ ਸਮਝ ਹੀ ਸਕਦੇ ਹਾਂ ਵੀ ਉਹਨਾਂ ਦਾ ਹਾਲ ਭਾਰਤ ਵਿੱਚ ਕੀ ਹੈ। ਜੰਮਣ ਤੋਂ ਲੈ ਕੇ ਮਰਨ ਤੱਕ ਕਰਮ ਕਾਂਡਾਂ ਦਾ ਬੇਬਹਾ ਪ੍ਰਭਾਵ ਉਹਨਾਂ ਦੇ ਜੀਵਨ ਉੱਤੇ ਹੈ। ਛੂਆ ਛਾਤ ਹੈ, ਭੇਦ ਭਾਵ ਹੈ। ਅੱਜ ਦੇ ਯੁੱਗ ਵਿੱਚ, ਅੱਜ ਦੀ ਸਦੀ ਵਿੱਚ ਵੀ ਸਾਡੇ ਸਮਾਜ ਅੰਦਰ ਇਹ ਚੀਜ਼ਾਂ ਪ੍ਰਚਲਿਤ ਨੇ ਵੀ ਉਹਦਾ ਹੱਥ ਭਾਂਡੇ ਨੂੰ ਲੱਗ ਗਿਆ ਤੇ ਮੈਂ ਉਹਦੇ 'ਚ ਛਕ ਨਹੀਂ ਸਕਦਾ, ਉਹ ਬੰਦਾ ਉੱਥੇ ਰਹਿੰਦਾ ਤੇ ਮੈਂ ਉੱਥੇ ਜਾ ਨਹੀਂ ਸਕਦਾ।
ਇਹ ਉਹਨਾਂ ਦਾ ਅਸਥਾਨ ਹੈ, ਮੈਂ ਉੱਥੇ ਵੜ ਨਹੀਂ ਸਕਦਾ। ਅਸੀਂ ਕਿਸੇ ਨਾਲੋਂ ਘੱਟ ਥੋੜ੍ਹੀ ਹਾਂ। ਮੰਨ ਲਓ ਇੱਕ ਉਦਾਹਰਣ ਦੇਣਾ, ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਆਪਾਂ। ਕੋਈ ਵਕਤ ਸੀ ਭਗਤ ਨਾਮਦੇਵ ਸਾਹਿਬ ਨੇ ਕਿਹਾ ਵੀ ਮੈਨੂੰ ਇਹ ਲੋਕ ਧੱਕੇ ਮਾਰਦੇ ਨੇ, ਇਸ ਕਰਕੇ ਸ਼ੂਦ ਸ਼ੂਦ ਕਰ ਮਾਰ ਉਠਾਇਓ, ਕਹਾ ਕਰੋ ਬਾਪ ਬੀਠਲਾ। ਹੁਣ ਅਸੀਂ ਕਿਸੇ ਨੂੰ ਐਵੇਂ ਭਾਵੇਂ ਸਿੱਧੇ ਧੱਕੇ ਨਹੀਂ ਮਾਰਦੇ, ਪਰ ਸਾਡਾ ਕੀ ਹਾਲ ਹੈ? ਇਹ ਜੱਟਾਂ ਦਾ ਗੁਰਦੁਆਰਾ, ਤਰਖਾਣਾ ਦਾ ਗੁਰਦੁਆਰਾ, ਲੁਬਾਣਿਆਂ ਦਾ ਗੁਰਦੁਆਰਾ, ਇਹਨਾਂ ਦਾ ਗੁਰਦੁਆਰਾ, ਉਹਨਾਂ ਦਾ ਗੁਰਦੁਆਰਾ ਹੀ ਉਹਨਾਂ ਦਾ ਹੈ। ਚਲੋ ਅਸੀਂ ਤਾਂ ਕੰਮ ਹੀ ਨਿਬੇੜ ਲਿਆ ਨਾ। ਹੁਣ ਇਹ ਜਿਹੜੀ ਚੀਜ਼ ਹੈ ਵੀ ਗੁਰਦੁਆਰਾ ਤੇ ਗੁਰੂ ਦਾ ਹੁੰਦਾ, ਪਰ ਉਹਦੇ ਤੇ ਕੰਟਰੋਲ ਕਿਹਦਾ ਹੈ? ਇੱਕ ਵਰਗ ਦਾ, ਜਿਹੜੇ ਕਿਸੇ ਖਾਸ ਸ਼੍ਰੇਣੀ ਨੂੰ ਰਿਪਰੈਜ਼ੈਂਟ ਕਰਦਾ ਉਹਦਾ ਹੈ। ਇਹ ਕੀੜਾ ਤੇ ਸਾਡੇ ਦਿਮਾਗ 'ਚ ਵੀ ਉਹੋ ਹੀ ਹੈ ਜਿਹੜਾ ਉੱਥੇ ਸੀ। ਫਰਕ ਕੀ ਪਿਆ? ਕਰਮਕਾਂਡ ਸਾਡੇ ਵੀ ਉਹੋ ਹੀ ਹੈ। ਜੰਮਣ ਤੋਂ ਲੈ ਕੇ ਮਰਨ ਤੱਕ ਅਸੀਂ ਕਰਮਕਾਂਡਾਂ ਦੀ ਦਲਦਲ ਵਿੱਚ ਧਸੇ ਪਏ ਹਾਂ, ਫੋਕਟ ਕਰਮਕਾਂਡ ਕਰਦੇ ਹਾਂ। ਜਿਨ੍ਹਾਂ ਕੰਮਾਂ ਦਾ ਗੁਰਮਤ ਨਾਲ, ਸਾਡੇ ਜੀਵਨ ਧਾਰਾ ਨਾਲ ਕੋਈ ਲੈਣ ਦੇਣ ਹੀ ਨਹੀਂ। ਇਹੋ ਜਿਹੇ ਫੋਕਟ ਤੁਸੀਂ ਵੇਖੋ, ਜੰਮਣ ਤੋਂ ਲੈ ਕੇ ਬੱਚਾ ਜੰਮਦਾ ਹੈ, ਪੈਦਾ ਹੁੰਦਾ ਹੈ, ਤੁਸੀਂ ਗਿਣਤੀ ਕਰ ਲਿਓ ਵੀ ਕਿਹੜਾ ਕਿਹੜਾ ਕੰਮ ਹੈ ਜਿਹਦੀ ਲੋੜ ਨਹੀਂ ਸੀ ਅਸੀਂ ਕੀਤਾ ਹੈ। ਵਿਆਹ ਦਾ ਸਮਾਂ ਵੇਖ ਲਿਓ, ਕਿਸੇ ਦੇ ਚੜ੍ਹਾਈ ਕਰਨ ਤੇ ਵੇਖ ਲਿਓ, ਆਮ ਰੂਟੀਨ ਵਿੱਚ ਸਾਨੂੰ ਕਿੰਨੇ ਵਹਿਮ ਭਰਮ ਨੇ, ਕਿੰਨੇ ਵਹਿਮ ਭਰਮ। ਫਲਾਨਾ ਮੱਥੇ ਲੱਗ ਗਿਆ, ਫਲਾਨੇ ਛਿੱਕ ਮਾਰ ਦਿੱਤੀ, ਬਿੱਲੀ ਰਾਹ ਕੱਟ ਗਈ, ਨਿੱਕੀਆਂ ਗੱਲਾਂ ਕੀ ਨੇ ਤੁਸੀਂ ਸੋਚੋ, ਹੈ ਹੀ ਕੱਖ ਨਹੀਂ। ਬਚਕਾਨੀਆਂ ਗੱਲਾਂ, ਇਹ ਤਾਂ ਬਾਹਲੀਆਂ ਮਾਈਨਰ ਗੱਲਾਂ ਨੇ ਜਿਹੜੀਆਂ ਸਾਡੇ ਦਿਲ ਦਿਮਾਗ ਤੇ ਹਾਵੀ ਡਰ ਅਤੇ ਦਹਿਸ਼ਤ ਪਾਈ ਰੱਖਦੀਆਂ, ਭਰਮ ਵਿੱਚ ਭੁਲਾ ਕੇ ਰੱਖਦੀਆਂ। ਫਿਰ ਉਹਦੇ ਲਈ ਅਸੀਂ ਕਰਮਕਾਂਡ ਕਰਦੇ ਹਾਂ, ਉਪਾਅ ਕਰਦੇ ਹਾਂ। ਕੋਈ ਤੀਰਥਾਂ ਤੇ ਭਟਕ ਰਿਹਾ ਹੈ, ਕੋਈ ਵਰਤ ਰੱਖ ਰਿਹਾ ਹੈ, ਕੋਈ ਮੌਲੀਆਂ ਧਾਗੇ ਬੰਨ੍ਹ ਰਿਹਾ ਹੈ, ਕਿਸੇ ਨੂੰ ਕੋਈ ਵਹਿਮ ਹੈ, ਕਿਸੇ ਨੂੰ ਕੋਈ ਭਰਮ ਹੈ, ਤੇ ਉਹਨਾਂ ਭਰਮਾਂ ਤੇ ਵਹਿਮਾਂ ਤੋਂ ਨਿਜਾਤ ਪਾਉਣ ਵਾਸਤੇ ਅਸੀਂ ਗਿਆਨ ਦਾ ਸਹਾਰਾ ਨਹੀਂ ਲੈਂਦੇ, ਉਹਨਾਂ ਦੇ ਉਪਾਅ ਕਰਦੇ ਹਾਂ ਕਰਮਕਾਂਡਾਂ ਦੇ ਰੂਪ ਵਿੱਚ। ਗੁਰੂ ਮਹਾਰਾਜ ਨੇ ਆਖਿਆ ਇਹ ਬਿਮਾਰੀ ਗਿਆਨ ਨਾਲ ਹੀ ਕੱਟੀ ਜਾ ਸਕਦੀ। ਗੁਰੂ ਉਪਦੇਸ਼ ਨਾਲ ਹੀ ਸੁਰਤ ਨੂੰ ਵਿਵੇਕੀ ਬਣਾ ਕੇ ਹੀ ਇਹਨਾਂ ਜੰਜਾਲਾਂ ਤੋਂ ਆਜ਼ਾਦ ਹੋਇਆ ਜਾ ਸਕਦਾ, ਹੋਰ ਕੋਈ ਤਰੀਕਾ ਨਹੀਂ ਹੈ। ਭਗਤ ਕਬੀਰ ਸਾਹਿਬ ਨੇ ਇਸ ਨੂੰ ਬੰਧਨ ਕਿਹਾ। ਉਹ ਕਹਿੰਦੇ ਇੱਕ ਸੰਗਲ ਪੈ ਗਏ ਨੇ ਪੈਰਾਂ ਵਿੱਚ, ਜਾਤ ਪਾਤ ਦੇ, ਵਰਣ ਵਿਵਸਥਾ, ਛੂਆ ਛਾਤ ਦੇ ਭੇਦ ਭਾਵ ਦੇ ਸੰਗਲਾਂ ਨਾਲ ਸਾਡੇ ਪੈਰ ਵੱਜੇ ਹੋਏ ਨੇ, ਤੇ ਕਰਮ ਕਾਂਡਾਂ ਦੀਆਂ ਰੱਸੀਆਂ ਦੇ ਨਾਲ ਸਾਡੇ ਹੱਥ ਵੱਜੇ ਹੋਏ ਨੇ। ਅਸੀਂ ਤੇ ਕੈਦੀ ਹਾਂ। ਇਹੀ ਉਹਨਾਂ ਨੇ ਸ਼ਬਦ ਵਿੱਚ ਕਿਹਾ, ਆਪਨ ਨਗਰ ਆਪ ਤੇ ਬਾਂਧਿਆ, ਮੋਹ ਕੈ ਫਾਦ। ਤੇ ਮੋਹ ਕੀ ਹੈ? ਜਦੋਂ ਅਸੀਂ ਕੋਈ ਕਰਮ ਕਾਂਡ ਕਰਦੇ ਹਾਂ ਉਹਦੇ ਪਿੱਛੇ ਮੋਹ ਕੀ ਹੁੰਦਾ ਭਲਾ? ਮੋਹ ਦਾ ਮਤਲਬ ਅਟੈਚਮੈਂਟ। ਕੋਈ ਵੀ ਤੁਸੀਂ ਕਰਮ ਕਾਂਡ ਕਰਦੇ ਹੋ ਤਾਂ ਉਹਦੇ ਪਿੱਛੇ ਅਟੈਚਮੈਂਟ ਕਾਹਦੀ ਹੈ? ਜੇ ਮੈਂ ਇਹ ਕਰਾਂਗਾ ਤੇ ਮੈਨੂੰ ਆਹ ਮਿਲ ਜਾਏਗਾ, ਜੇ ਮੈਂ ਨਾ ਕੀਤਾ ਤੇ ਮੇਰਾ ਆਹ ਨੁਕਸਾਨ ਹੋ ਜਾਏਗਾ। ਕਿਤੇ ਨਾ ਕਿਤੇ ਤੁਹਾਡੀ ਜਿਹੜੀ ਅਟੈਚਮੈਂਟ ਹੈ ਉਹ ਕਿਸੇ ਮਨ ਚਾਹੇ ਲਾਲਚ ਨਾਲ ਪਈ ਹੋਈ ਹੈ। ਜਾਂ ਫਿਰ ਜਦੋਂ ਅਸੀਂ ਕਿਸੇ ਨਾਲ ਭੇਦਭਾਵ ਕਰਦੇ ਹਾਂ, ਜਾਤ ਪਾਤ, ਵਰਣ ਅਵਸਥਾ, ਨਸਲ, ਰੰਗ ਦਾ, ਤੇ ਉਹਦੇ ਪਿੱਛੇ ਕੀ ਹੈ? ਮੇਰੀ ਬਰਾਦਰੀ, ਮੇਰਾ ਗੋਤਰ, ਮੇਰੀ ਜਾਤ, ਮੇਰਾ ਵਰਣ। ਉਹ ਮੋਹ ਦੇ ਵਿੱਚ ਵੱਜੇ ਅਸੀਂ ਦੂਜਿਆਂ ਦਾ ਨੁਕਸਾਨ ਕਰਦੇ ਹਾਂ, ਭੇਦਭਾਵ ਤੇ ਨਫ਼ਰਤ ਕਰਦੇ ਹਾਂ। ਭਗਤ ਜੀ ਨੇ ਕਿਹਾ ਮੋਹ ਕੈ ਫਾਦ। ਮੋਹ ਦੀਆਂ ਫਾਹੀਆਂ ਪਈਆਂ ਨੇ ਸਾਨੂੰ, ਗਲਤ ਪਾਸੇ ਦੀ ਅਟੈਚਮੈਂਟ ਵਿੱਚ ਸਾਡੀ ਸੁਰਤ ਮੁਬਤਲਾ ਤੇ ਗ੍ਰਸਤ ਹੈ। ਕਾਲ ਸਰ ਸਾਂਧਿਆ, ਕਹਿੰਦੇ ਨੇ ਆਤਮਕ ਮੌਤ ਦਾ ਤੀਰ ਸਾਡੇ ਵੱਲ ਸਾਧੇ। ਜਿਵੇਂ ਕੋਈ ਸ਼ਿਕਾਰੀ ਸ਼ਿਕਾਰ ਦੇ ਉੱਤੇ, ਕਿਸੇ ਪੰਛੀ ਜਾਂ ਜੀਵ ਜਾਨਵਰ ਦੇ ਉੱਤੇ ਚਿੱਲਾ ਚਾੜ ਕੇ ਤੀਰ ਕੱਸ ਕੇ ਰੱਖਦਾ ਨਾ ਵੀ ਇਹਨੂੰ ਹੁਣ ਵੀ ਮਾਰ ਦੇਣਾ, ਉਹਦੇ ਆਪਣੇ ਨਿਸ਼ਾਨੇ ਹੇਠ ਲੈ ਲੈਂਦਾ। ਕਹਿੰਦੇ ਅਸੀਂ ਇਹਨਾਂ ਦੀ ਮਾਰ ਹੇਠ ਹਾਂ ਪੂਰੀ ਤਰ੍ਹਾਂ। ਇਹ ਸਾਨੂੰ ਆਤਮਕ ਮੌਤ ਅੰਦਰ ਦੇ ਜੀਵਨ ਤੋਂ ਵਿਰਵਾ ਕਰਦੀਆਂ ਨੇ। ਆਰੰਭ ਦੇ ਵਾਕ ਵਿੱਚ ਫਰਮਾਇਆ, ਵੇਦ ਕੀ ਪੁੱਤਰੀ ਸਿਮਰਤ ਭਾਈ। ਹੇ ਭਾਈ, ਇਹ ਜੋ ਸਿਮਰਤੀਆਂ ਜਿਨ੍ਹਾਂ ਨੂੰ ਤੁਸੀਂ ਆਖਦੇ ਹੋ ਵੇਦਾਂ ਦੀਆਂ ਧੀਆਂ ਨੇ, ਵੇਦਾਂ ਚੋਂ ਲਿਖੀਆਂ ਗਈਆਂ, ਵੇਦਾਂ ਤੋਂ ਪੈਦਾ ਹੋਈਆਂ ਨੇ, ਹੇ ਭਾਈ ਸਾਂਕਲ ਜੇਵਰੀ ਲੈ ਹੈ ਆਈ। ਇਹ ਸੰਗਲ ਤੇ ਰੱਸੀਆਂ ਲੈ ਕੇ ਆਈਆਂ ਨੇ ਸਾਡੇ ਲਈ, ਕੋਈ ਨਵਾਂ ਉਪਦੇਸ਼ ਨਹੀਂ ਲੈ ਕੇ ਆਈਆਂ। ਸਿਮਰਤ, ਵੇਦ, ਪੁਰਾਣ, ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ, ਗੱਲ ਨਹੀਂ ਹੋਸ਼ੀ। ਮਹਾਰਾਜ ਕਹਿੰਦੇ ਨੇ ਪਰਮੇਸ਼ਰ ਦੀ ਯਾਦ ਤੋਂ ਬਿਨਾਂ, ਨਾਮ ਵਾਲੇ ਉੱਚੇ
ਵਿਵੇਕ ਵਾਲੀ ਸੁਰਤ, ਪਰਮੇਸ਼ਰ ਦੇ ਹੁਕਮ ਤੋਂ ਬਿਨਾਂ ਜਿਹੜਾ ਜੀਵਨ ਹੈ, ਬੰਦਾ ਲੱਖ ਦਾਅਵੇ ਕਰੇ, ਮੈਂ ਸਿਮਰਤੀਆਂ ਵੇਦ ਪੁਰਾਣ, ਮੈਂ ਆਹ ਗ੍ਰੰਥ ਪੜ੍ਹਦਾ, ਮੈਂ ਉਹ। ਮਹਾਰਾਜ ਕਹਿੰਦੇ ਨਾਮ ਬਿਨਾਂ ਸਭ ਕੂੜ ਗੱਲ ਹੀ ਹੋਈ। ਜੋ ਤੇਰੇ ਜੀਵਨ 'ਚ ਕੋਈ ਫਰਕ ਨਹੀਂ ਪਿਆ, ਕੀ ਪੜ੍ਹਿਆ ਤੂੰ, ਕੀ ਜਾਣਿਆ? ਭਾਰ ਹੀ ਢੋਇਆ ਹੈ ਨਾ। ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀਆਂ ਸਾਥ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀਆਂ, ਤੇ ਭਾਰ ਹੀ ਢੋਣ ਵਾਲੀ ਗੱਲ ਹੋਈ। ਬੋਝ ਹੀ ਚੁੱਕੇ ਵਾਧੂ। ਤੋ ਸਤਿਗੁਰੂ ਮਹਾਰਾਜ ਉਸੇ ਨੂੰ ਬਾਣੀ ਦੇ ਵਿੱਚ ਕਹਿੰਦੇ ਨੇ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਦਿਕ। ਤੈਨੂੰ ਫਰਕ ਕੀ ਪਿਆ? ਪਹਿਲੀ ਗੱਲ ਇਹ ਦੱਸ, ਤੈਨੂੰ ਫਰਕ ਕੀ ਪਿਆ? ਤੇਰੇ ਆਪਣੇ ਮਨ ਵਿੱਚ ਕੀ ਵਸਿਆ? ਜੇ ਤੇਰੇ ਮਨ 'ਚ ਹੁਲਾਸ ਨਹੀਂ, ਖੇੜਾ ਨਹੀਂ, ਆਨੰਦ ਨਹੀਂ, ਦੂਜਿਆਂ ਦੇ ਲਈ ਦਇਆ ਨਹੀਂ, ਪ੍ਰੇਮ ਨਹੀਂ, ਤੇਰੇ ਅੰਦਰੋਂ ਭੇਦ ਭਾਵ ਨਹੀਂ ਮਿਟਿਆ, ਦਵੈਸ਼ ਨਹੀਂ ਮਿਟਿਆ, ਤੂੰ ਕਮਾਇਆ ਕੀ? ਠੀਕ ਹੈ, ਤੂੰ ਪੜ੍ਹੇ ਹੋਣਗੇ ਧਰਮ ਗ੍ਰੰਥ, ਪਰ ਤੂੰ ਸਿੱਖਿਆ ਕੀ? ਉਹਦੇ ਵਿੱਚੋਂ ਅੰਮ੍ਰਿਤ ਕਿੰਨਾ ਪੀਤਾ ਤੂੰ? ਇੱਕ ਬੂੰਦ ਵੀ ਤੇਰੇ ਹਿੱਸੇ ਜੇ ਅੰਮ੍ਰਿਤ ਦੀ ਨਹੀਂ ਆਈ ਤੇ ਭਲਿਆ ਲੋਕਾ, ਤੂੰ ਉਹਦੇ ਵਿੱਚੋਂ ਤੈਨੂੰ ਲੱਭਿਆ ਕੀ? ਜਾਂ ਤਾਂ ਇਹ ਹੈ ਵੀ ਉਹਦੇ 'ਚ ਕੁਝ ਚੰਗਾ ਹੈ ਨਹੀਂ, ਤੇ ਜੇ ਚੰਗਾ ਹੈ ਤੇ ਤੂੰ ਫਿਰ ਉਹ 'ਚੋਂ ਗ੍ਰਹਿਣ ਕੁਝ ਨਹੀਂ ਕੀਤਾ। ਦੋ ਹੀ ਗੱਲਾਂ ਹੁੰਦੀਆਂ ਨੇ। ਤੋ ਗਰੀਬ ਨਵਾਜ਼ ਨੇ ਫਰਮਾਇਆ, ਆਖਦੇ ਨੇ ਸੰਕਲ ਜੇਵਰੀ ਲੈ, ਸੰਗਲ ਪੈਰਾਂ ਨੂੰ ਤੇ ਹੱਥਾਂ ਨੂੰ ਰੱਸੀਆਂ, ਆਹ ਕੈਦ ਖਾਨੇ ਦੇ ਵਿੱਚ ਸੁੱਟਣ ਵਾਸਤੇ ਇਹ ਕੁਝ ਕਰਮਕਾਂਡ ਤੇ ਵਰਣ ਭੇਦ ਭਾਵ ਛੂਆ ਛਾਤ ਲਿਆਂਦਾ। ਫਿਰ ਫਰਮਾਉਂਦੇ ਹਨ, ਕਟੀ ਨਾ ਕਟੈ ਤੂਟ ਨਾ ਜਾਈ। ਨਾ ਇਹ ਜਿਹੜੇ ਇਹਦੀ ਕੈਦ ਵਿੱਚ ਪਏ, ਨਾ ਉਹਨਾਂ ਤੋਂ ਇਹ ਕੱਟੀ ਜਾਂਦੀ ਵੀ ਬਾਹਰ ਕਿਸ ਤਰ੍ਹਾਂ ਨਿਕਲੀ। ਹੁਣ ਭੇਦ ਭਾਵ ਨੇ ਤਾਂ ਸਦੀਆਂ ਤੋਂ ਸੁਰਤ ਨੂੰ ਕੰਗਾਲ ਕਰਕੇ ਰੱਖ ਦਿੱਤਾ ਹੈ। ਨਾ ਦਇਆ ਪੈਦਾ ਹੋਣ ਦਿੱਤੀ, ਨਾ ਤਰਸ ਪੈਦਾ ਹੋਣ ਦਿੱਤਾ, ਨਾ ਮਨੁੱਖਤਾ ਦਾ ਪਿਆਰ ਪੈਦਾ ਹੋਣ ਦਿੱਤਾ, ਤੇ ਨਾ ਹੀ ਅੰਦਰ ਹੁਲਾਸ ਆਨੰਦ ਪੈਦਾ ਹੋਣ ਦਿੱਤਾ। ਛੂਆ ਛਾਤ ਤੇ ਭੇਦ ਭਾਵ ਨੇ ਅੰਦਰ ਨੂੰ ਤਰੇੜ ਪਾ ਦਿੱਤੀ, ਜੰਜਾਲ ਤੇ ਜੰਗਾਲ ਲਾ ਦਿੱਤਾ ਸੁਰਤ ਨੂੰ, ਤੇ ਕਰਮ ਕਾਂਡਾਂ ਨੇ ਭਾਰੀ ਬੋਝ ਸਿਰ ਦੇ ਉੱਤੇ ਲੱਦ ਦਿੱਤਾ ਹੈ, ਸੁਰਤ ਉੱਤੇ ਲੱਦ ਦਿੱਤਾ ਹੈ, ਮਨ ਤੇ ਲੱਦ ਦਿੱਤਾ ਹੈ। ਵਹਿਮਾਂ ਭਰਮਾਂ ਦਾ ਪੂਰੇ ਦਾ ਪੂਰਾ ਇੱਕ ਢਾਂਚਾ ਖੜਾ ਕਰ। ਜਿਹੜਾ ਇਹਦੇ 'ਚ ਗ੍ਰਸਤ ਹੈ, ਉਹਦੇ ਕੋਲੋਂ ਨਿਕਲਣ ਦਾ ਰਾਹ ਤੇ ਕੋਈ ਨਹੀਂ। ਉਹ ਫੋਲੋ ਕਰਦਾ ਜਾ ਰਿਹਾ ਸਿਰ ਸੁੱਟ ਕੇ। ਨਾ ਬੰਦਾ ਇਹਦੇ ਚੋਂ ਬਾਹਰ ਨਿਕਲਣ ਦਾ ਯਤਨ ਕਰ ਰਿਹਾ ਹੈ, ਤੇ ਨਾ ਉਹਦੇ ਕੋਲ ਕੋਈ ਰਸਤਾ ਵੀ ਕਿਵੇਂ ਕਰਾਂ, ਕੀ ਹੱਲ ਹੈ ਇਹਦਾ, ਤੇ ਨਾ ਇਹ ਆਪਣੇ ਆਪ ਗਲੋਂ ਲੈਂਦੀਆਂ ਨੇ। ਯਾਨੀ ਕਿ ਨਾ ਇਹ ਜੰਜੀਰਾਂ ਤੇ ਰੱਸੀਆਂ ਖੁਦ ਟੁੱਟਦੀਆਂ ਨੇ, ਤੇ ਨਾ ਬੰਦੇ ਤੋਂ ਖੁੱਲਦੀਆਂ ਨੇ। ਕਟੀ ਨਾ ਕਟੈ ਤੂਟ ਨਾ ਜਾਈ, ਸਾ ਸਾਪਨ ਹੋਏ ਜਾ ਕੋ। ਕਹਿੰਦੇ ਨੇ ਸਪਣੀ ਆਪਣੇ ਬੱਚੇ ਆਪ ਹੀ ਖਾਂਦੀ ਹੈ। ਕਹਿੰਦੇ ਮਾਨੋ ਇਹ ਸਿਮਰਤੀਆਂ ਸਪਣੀਆਂ ਦੀ ਨਿਆਈ ਨੇ, ਜਿਹੜੀਆਂ ਆਪਣੇ ਫਾਲੋਅਰਾਂ ਨੂੰ ਇੰਨੀ ਤਕਲੀਫ 'ਚ ਪਾ ਰਹੀਆਂ, ਉਹਨਾਂ ਦੀਆਂ ਨਸਲਾਂ 'ਚ ਭੇਦ ਭਾਵ ਦਾ ਜ਼ਹਿਰ ਸੁੱਟ ਰਹੀਆਂ ਨੇ, ਤੇ ਕਰਮ ਕਾਂਡਾਂ ਦਾ ਭਾਰ ਉਹਨਾਂ ਨੂੰ ਚੁਕਾ ਕੇ ਉਹਨਾਂ ਦੀ ਸੁਰਤ ਨੂੰ ਮਾਰ ਰਹੀਆਂ ਨੇ, ਉਹਨਾਂ ਦਾ ਵਿਵੇਕ ਖਤਮ ਕਰ ਰਹੀਆਂ। ਅਖੀਰ ਤੇ ਫਰਮਾਉਂਦੇ, ਹਮ ਦੇਖਤ ਜਿਨ ਸਭ ਜਗ ਲੂਟੇ। ਭਗਤ ਕਬੀਰ ਜੀ ਮਹਾਰਾਜ ਕਹਿੰਦੇ, ਮੈਂ ਵੇਖ ਰਿਹਾ ਕਿਵੇਂ ਸੰਸਾਰ ਲੁੱਟਿਆ ਜਾ ਰਿਹਾ। ਉਹਦੀ ਆਤਮਕ ਪੂੰਜੀ, ਆਤਮਕ ਕਿਹੜੀ ਚੀਜ਼ ਹੈ ਬੰਦੇ ਕੋਲ ਜਿਹੜੀ ਲੁੱਟੀ ਜਾਂਦੀ ਹੈ? ਕਿਹੜੀ ਚੀਜ਼ ਹੈ? ਸਬਰ, ਸੰਤੋਖ, ਦਇਆ, ਪਰਉਪਕਾਰ, ਅੰਦਰ ਦਾ ਖੇੜਾ, ਚੰਗੀ ਭਾਵਨਾ। ਇਹ ਚੀਜ਼ਾਂ ਜਿਹੜੀਆਂ ਸਾਡੇ ਅੰਦਰ ਨੇ ਨਾ, ਇਹਨਾਂ ਗੁਰੂ ਸਾਹਿਬ ਨੇ ਦੌਲਤ ਕਿਹਾ ਸਭ ਤੋਂ ਵੱਡੀ ਦੌਲਤ। ਜੇ ਇਹ ਕੋਲ ਨਾ ਹੋਵੇ ਤੇ ਬਾਹਰ ਦੀ ਦੌਲਤ ਵੀ ਬੰਦੇ ਨੂੰ ਖੁਸ਼ੀ ਨਹੀਂ ਦੇ ਸਕਦੀ। ਭਾਵੇਂ ਬੰਦਾ ਚੋਰੀ ਕਰਕੇ ਇਕੱਠੀ ਕਰ ਲੈ, ਧੋਖਾ ਦੇ ਕੇ ਇਕੱਠੀ ਕਰ ਲੈ, ਖੋ ਕੇ ਇਕੱਠੀ ਕਰ ਲੈ, ਠੱਗੀ ਮਾਰ ਲੈ, ਜੋ ਮਰਜ਼ੀ ਕਰ ਲੈ। ਜੇ ਮਨੁੱਖ ਉਹ ਪਦਾਰਥਾਂ ਦੇ ਢੇਰ ਤੇ ਵੀ ਬਹਿ ਜਾਏ ਨਾ, ਮਹਾਰਾਜ ਨੇ ਕਿਹਾ ਜੇ ਆਹ ਦੌਲਤ ਨਹੀਂ ਨਾ ਕਮਾਈ ਜੀਵਨ 'ਚ, ਜਿਹਨੂੰ ਦੈਵੀ ਗੁਣ ਸ਼ੁਭ ਗੁਣਾਂ ਦੀ ਦੌਲਤ ਕਿਹਾ, ਤਾਂ ਸਮਝ ਤੇਰੇ ਵਰਗਾ ਗਰੀਬ ਦੁਨੀਆ 'ਚ ਕੋਈ। ਫਿਰ ਤੂੰ ਕੰਗਾਲ ਹੈ ਸੰਸਾਰ ਦੇ ਅੰਦਰ, ਕਿਉਂਕਿ ਖੁਸ਼ੀ ਇਸ ਚੀਜ਼ ਨੇ ਤੈਨੂੰ ਦੇਣੀ ਹੈ, ਖੇੜਾ ਇਸ ਚੀਜ਼ ਨੇ ਬਖਸ਼ਣਾ ਹੈ। ਇਹ ਤੂੰ ਕਮਾਈ ਨਹੀਂ, ਇਹਦੇ ਤੇ ਤਾਂ ਇੱਕ ਮਿੰਟ ਵੀ ਨਹੀਂ ਲਾਇਆ ਜ਼ਿੰਦਗੀ ਦਾ। ਤਾਂ ਅਸੀਂ ਕਿੰਨਾ ਅਭਿਆਸ ਕੀਤਾ ਜਰਨ ਦਾ, ਬਰਦਾਸ਼ਤ ਕਰਨ ਦਾ, ਕਿੰਨਾ ਅਭਿਆਸ ਕੀਤਾ ਹੈ ਨਿਮਰਤਾ ਵਾਲਾ ਸੁਭਾਅ ਪਾਲਣ ਦਾ, ਕਿੰਨਾ ਅਭਿਆਸ ਕੀਤਾ ਹੈ ਮਿੱਠਾ ਬੋਲਣ ਦਾ, ਕਿੰਨਾ ਅਭਿਆਸ ਕੀਤਾ ਹੈ ਸ਼ਾਂਤ ਰਹਿਣ ਦਾ, ਕਿੰਨਾ ਅਭਿਆਸ ਕੀਤਾ ਹੈ ਅਵਾਇਡ ਕਰਨ ਦਾ, ਦੇਖ ਕੇ ਅਣਡਿੱਠ ਕਰਨਾ ਜਿਹਨੂੰ ਆਪਾਂ ਕਹਿੰਦੇ।
ਕਿੰਨਾ ਅਭਿਆਸ ਕੀਤਾ ਹੈ ਖੁਦ ਆਪਣੀ ਸੁਰਤ ਤੋਂ ਭਾਰ ਲਾਉਣ ਦਾ। ਸਾਰੇ ਅਭਿਆਸ ਅਸੀਂ ਭਾਰ ਚੁੱਕਣ ਦੇ ਹੀ ਕਰਦੇ ਹਾਂ, ਲਾਉਣ ਦੇ ਤਾਂ ਕਰਦੇ ਹੀ ਨਹੀਂ। ਜਿਸ ਨੂੰ ਮਹਾਰਾਜ ਨੇ ਬਾਣੀ 'ਚ ਕਿਹਾ ਹੈ, ਫਾਸਨ ਕੀ ਵਿਦ ਸਭ ਕੋ ਜਾਣੈ, ਛੂਟਣ ਕੀ ਕੋਈ। ਫਸਣ ਦੀ ਵਿਧੀ ਆਪਾਂ ਸਾਰੇ ਜਾਣਦੇ ਹਾਂ, ਛੁੱਟਣ ਦੀ ਵਿਧੀ ਕੋਈ ਵਿਰਲਾ ਜਾਣ। ਤੋ ਪਾਤਸ਼ਾਹ ਜੀ ਇੱਥੇ ਫਰਮਾਉਂਦੇ ਨੇ, ਹਮ ਦੇਖਤ ਜਿਨ ਸਭ ਜਗ ਲੁੱਟਿਆ, ਕੋ ਕਬੀਰ ਮੈਂ ਰਾਮ ਕਹਿ ਛੂਟਿਆ। ਇਹ ਕਬੀਰ ਆਖ ਵੀ ਮੇਰਾ ਛੁਟਕਾਰਾ ਤਾਂ ਪਰਮੇਸ਼ਰ ਦੀ ਯਾਦ ਵਿੱਚ ਜੁੜ ਕੇ ਹੀ ਹੋਇਆ। ਰਾਮ ਸ਼ਬਦੋਂ ਨਾ ਵਰਤਿਆ, ਸਰਵ ਵਿਆਪਕ ਪਰਮੇਸ਼ਰ ਜੋ ਸਰਵ ਵਿਆਪੀ ਹੈ। ਇਸ ਨੁਕਤੇ ਨੇ ਮੈਨੂੰ ਇਹਨਾਂ ਦੋਨਾਂ ਬੰਧਨਾਂ ਤੋਂ ਆਜ਼ਾਦ ਕਰ ਦਿੱਤਾ ਨਾ, ਕਿਉਂਕਿ ਮੇਰਾ ਪਰਮੇਸ਼ਰ ਮੇਰੇ 'ਚ ਵੀ ਉਹਨਾਂ ਹੈ ਤੇ ਦੂਜੇ 'ਚ ਵੀ ਉਹਨਾਂ, ਇਸ ਕਰਕੇ ਮੈਨੂੰ ਕਿਸੇ ਨਾਲ ਨਫ਼ਰਤ ਹੀ ਨਹੀਂ ਹੋਈ, ਭੇਦ ਭਾਵ ਹੀ ਨਹੀਂ ਹੋਇਆ, ਕਿਸੇ ਨਾਲ ਛੂਆ ਛਾਤ ਦਾ ਰੋਗ ਹੀ ਨਹੀਂ ਲੱਗਿਆ ਵੀ ਕੋਈ ਮੇਰੇ ਤੋਂ ਨੀਵਾਂ ਹੈ, ਕੋਈ ਨਾ, ਦੋਵੇਂ ਗੱਲਾਂ ਹੀ ਨਹੀਂ। ਮੈਂ ਕਿਹਾ ਸਾਰੇ ਹੀ ਬਰਾਬਰ, ਨਾ ਮੇਰੇ ਤੋਂ ਕੋਈ ਉੱਚਾ ਹੈ ਤੇ ਨਾ ਮੇਰੇ ਤੋਂ ਕੋਈ ਨੀਵਾਂ ਹੈ, ਸਾਰੇ ਅਸੀਂ ਬਰਾਬਰ ਹਾਂ, ਕਿਉਂਕਿ ਮੇਰੇ ਵਰਗਾ ਰੱਬ ਹੀ ਸਾਰਿਆਂ ਵਿੱਚ ਹੈ। ਤੇ ਦੂਜਾ ਰਹੀ ਕਰਮਕਾਂਡ, ਕਰਮਕਾਂਡ ਕਰਕੇ ਮੈਂ ਕਿਹਦੀ ਖੁਸ਼ੀ ਲਵਾਂ, ਉਹ ਤਾਂ ਮੇਰੇ ਅੰਦਰ ਬੈਠਾ। ਨਾ ਮੈਂ ਤੀਰਥ ਤੇ ਜਾਵਾਂ, ਨਾ ਮੂਰਤੀ ਪੂਜਾ, ਨਾ ਮੈਂ ਕੋਈ ਕਰਮਕਾਂਡ ਕਰਾਂ, ਨਾ ਮੈਂ ਕੋਈ ਹੋਰ ਭੁਲੇ, ਉਹ ਤਾਂ ਮੇਰੇ ਅੰਦਰ ਬੈਠਾ। ਮੈਂ ਤੈਨੂੰ ਅੰਦਰੋਂ ਜਾਣ ਲਿਆ। ਤੋ ਜਦੋਂ ਸਰਵ ਵਿਆਪਕ ਨੂੰ ਜਾਣ ਲਿਆ ਤੇ ਛੂਆ ਛਾਤ ਦਾ ਵੀ ਸੰਗਲ ਟੁੱਟ ਗਿਆ ਤੇ ਕਰਮਕਾਂਡ ਦੀ ਪਈ ਹੋਈ ਰੱਸੀ ਜਿਹਦੇ ਨਾਲ ਹੱਥ ਵੱਜੇ ਸਨ ਉਹ ਵੀ ਖੁੱਲ ਗਈ। ਕਹੋ ਕਬੀਰ ਮੈਂ ਰਾਮ ਕਹਿ ਛੁੱਟਿਆ। ਇਵੇਂ ਮੈਂ ਇਸ ਬੰਧਨ ਤੋਂ ਛੁੱਟ ਗਿਆ, ਆਜ਼ਾਦ ਹੋ ਗਿਆ। ਗੁਰੂ ਮਿਹਰ ਕਰੇ ਸਤਿਗੁਰਾਂ ਦਾ ਇਹ ਪਾਵਨ ਉਪਦੇਸ਼ ਸਾਡੇ ਸਭਨਾਂ ਦੇ ਮਨ ਹਿਰਦੇ ਵਿੱਚ ਵਸੇ। ਗਰੀਬ ਨਵਾਜ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ। ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।